ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਮੁਹੰਮਦ ਮੁਸਤਫਾ ਦਾ ਜ਼ਿਕਰ ਕਰਦੇ ਹਾਂ। ਮੁਹੰਮਦ ਮੁਸਤਫਾ ਦੇ ਖਿਲਾਫ ਮਲੇਰਕੋਟਲਾ 'ਚ FIR ਦਰਜ ਹੋ ਗਈ ਹੈ। ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਇਹ ਕੇਸ ਦਰਜ ਹੋਇਆ ਹੈ। ਦਰਅਸਲ ਇੱਕ ਜਲਸੇ ਦੇ ਵਿੱਚ ਹੰਗਾਮੇ ਤੋਂ ਬਾਅਦ ਮੁਹੰਮਦ ਮੁਸਤਫਾ ਭੜਕ ਗਏ ਸੀ। ਜਿਸ ਵੇਲੇ ਇੱਕ ਜਲਸਾ ਸੀ, ਉੱਥੇ ਆਪ ਦੇ ਕੁਝ ਵਰਕਰ ਪਹੁੰਚੇ ਸੀ ਔਰ ਉਹਨਾਂ ਵੱਲੋਂ ਉੱਥੇ ਨਾਅਰੇਬਾਜ਼ੀ ਕੀਤੀ ਗਈ ਸੀ, ਜਿਸ ਤੋਂ ਬਾਅਦ ਮੁਹੰਮਦ ਮੁਸਤਫਾ ਭੜਕ ਗਏ। ਆਪ ਵਰਕਰਾਂ ਨੂੰ ਧਮਕੀ ਦਿੰਦਿਆਂ ਉਹਨਾਂ ਭੜਕਾਊ ਬਿਆਨ ਦਿੱਤੇ ਔਰ ਬਿਆਨਬਾਜ਼ੀ ਤੇ ਹੁਣ ਬੀਜੇਪੀ ਨੇ ਸਖਤ ਇਤਰਾਜ਼ ਜਤਾਇਆ ਤੇ IPC ਦੀ ਧਾਰਾ 153A ਤੇ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੀ ਧਾਰਾ 125 ਦੇ ਤਹਿਤ ਮੁਹੰਮਦ ਮੁਸਤਫਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੋ ਭੜਕਾਊ ਬਿਆਨਬਾਜ਼ੀ ਨੂੰ ਲੈ ਕੇ ਮੁਹੰਮਦ ਮੁਸਤਫਾ ਦੇ ਖਿਲਾਫ ਇਹ FIR ਦਰਜ ਹੋਈ ਹੈ। ਇਹ ਮਾਮਲਾ ਦਰਜ ਕੀਤਾ ਗਿਆ ਹੈ ਔਰ ਮੁਹੰਮਦ ਮੁਸਤਫਾ ਨੇ ਵੀ ਇਸ ਤੇ ਸਪਸ਼ਟੀਕਰਨ ਦਿੱਤਾ ਹੈ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਭੜਕਾਊ ਬਿਆਨਬਾਜ਼ੀ ਨਹੀਂ ਕੀਤੀ ਗਈ, ਪਰ ਫਿਰ ਵੀ ਮੁਹੰਮਦ ਮੁਸਤਫਾ ਨੇ ਜਿਸ ਤਰੀਕੇ ਦੇ ਸ਼ਬਦ ਵਰਤੇ ਸੀ, ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੋ ਮੁਹੰਮਦ ਮੁਸਤਫਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਉਹਨਾਂ ਨੇ ਕੋਈ ਹਿੰਦੂ ਸ਼ਬਦ ਨਹੀਂ ਵਰਤਿਆ, ਨਾ ਹੀ ਉਹਨਾਂ ਨੇ ਕਿਸੇ ਦੂਸਰੇ ਭਾਈਚਾਰੇ ਦੇ ਖਿਲਾਫ ਐਸੀ ਕੋਈ ਗੱਲ ਕੀਤੀ ਹੈ। ਮੁਹੰਮਦ ਮੁਸਤਫਾ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਖਲਲ ਪਾ ਰਹੇ ਸੀ ਜਾਂ ਉੱਥੇ ਸ਼ੋਰ ਸ਼ਰਾਬਾ ਕਰਨ ਆਏ ਸੀ, ਉਹ ਵਿਅਕਤੀ ਵੀ ਮੁਸਲਿਮ ਭਾਈਚਾਰੇ ਨਾਲ ਹੀ ਸੰਬੰਧਿਤ ਸੀ। ਇਸ ਕਰਕੇ ਉਹਨਾਂ ਵੱਲੋਂ ਅੱਗੇ ਤੋਂ ਇਸ ਤਰੀਕੇ ਦੀ ਹਰਕਤ ਨਾ ਕਰਨ ਲਈ ਚੇਤਾਵਨੀ ਦਿੱਤੀ ਗਈ ਸੀ, ਪਰ ਇਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਗਲਤ ਰੰਗਤ ਦੇ ਕੇ ਪੇਸ਼ ਕੀਤਾ ਹੈ। ਇਹ ਗੱਲ ਮੁਹੰਮਦ ਮੁਸਤਫਾ ਵੱਲੋਂ ਕਹੀ ਗਈ ਹੈ। ਮੁਸਤਫਾ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ। ਹਾਲਾਂਕਿ ਉਸ ਮੌਕੇ ਤੇ ਮੁਸਤਫਾ ਜਿਸ ਵੇਲੇ ਗੱਲ ਕਰ ਰਹੇ ਸੀ, ਉਸ ਵੇਲੇ ਉਹਨਾਂ ਨੇ ਜਿਸ ਤਰੀਕੇ ਦੇ ਸ਼ਬਦ ਵਰਤੇ, ਉਹ ਕਾਫੀ ਉਹਨਾਂ ਤੇ ਚਰਚਾ ਹੁੰਦੀ ਰਹੀ ਔਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਮੁਹੰਮਦ ਮੁਸਤਫਾ ਆ ਗਏ। पहली बात तो ये बयान नहीं था, ना वो स्पीच थी, ये एक आउटबर्स्ट थी, स्पॉन्टेनियस आउटबर्स्ट। ये कोई शेड्यूल में कोई जलसा नहीं वहाँ पे एड्रेस कर रहा था। नंबर 2, जिस तरीके से उसको, जिस तरीके से नहीं, कोई तरीका ही नहीं है। न तो वहाँ पे हिंदू मुस्लिम कोई सवाल था, न वहाँ हिंदू मुस्लिम कोई ऑडियंस थी, न वहाँ कंटेक्स्ट था, न वहाँ पे संदर्भ था। कोई चीज़ वहाँ पे ऐसी थी नहीं। झाड़ू वाले भी यहाँ मुसलमान हैं, पंजे वाले भी मुसलमान हैं। जिस एरिया में हुआ वो गढ़ है मुसलमानों का, वहाँ पे एक भी हिंदू नहीं था। जो मैंने लफ्ज़ बोला है, देखिए पहले तो फोकस ये देखिए, अगर ऐसा दोबारा हुआ, मैं रिपीट कर रहा हूँ ना, अगर दोबारा ऐसी हरकत हुई तो मैं इन फितनों को जलसा नहीं करने दूंगा। फितनों को, वो मैंने अपने ट्वीट में भी किया। जब मैंने देखा समित पात्रा का ट्वीट, मैंने लिखा, भाई आपको कुछ नहीं आता, कान थोड़ा खींच के सुन ले। फितनों, फितनों मीन्स मिसचीफ मोंगर्स, जो हमारे शहर में बहुत इस्तेमाल होता है। सुबह शाम यूज करता हूँ मैं कि फितने हैं। तो मेरा बहुत सख्त एतराज़ है। आई एम सो डिसअपॉइंटेड विद द मीडिया, फॉरगेट अबाउट सोशल मीडिया। जो सो कॉल्ड जिम्मेदार चैनल्स कोई वेरीफाई करने की कोशिश नहीं कर रहा है। ये जो नेशनलिस्ट आदमी हो, जो नेशनलिस्ट परिवार है, जिन्होंने सारी जिंदगी अपनी सोशल हार्मोनी के लिए लगाई है, इस देश के दुश्मनों से लड़े हैं। मैं सोता हुआ भी ये लफ्ज नहीं निकाल सकता कि हिंदुओं को जलसे नहीं होने दूंगा। कोई हिंदुओं ने कोई जलसा किया है शहर में? एक कंटेक्स्ट बता रहा हूं मैं। मतलब आप कह रहे हैं कि आपने हिंदुओं शब्द का इस्तेमाल नहीं हुआ। लेकिन जो बीजेपी सवाल उठा रही है, आपने उसमें एक शब्द बोला कि मैं कौमी सिपाही हूँ, हाँ। RSS का एजेंट नहीं हूँ, हाँ। और डिस्ट्रिक्ट एडमिनिस्ट्रेशन के लिए भी आपने बोला जी, कि जगह बिल्कुल बोला, आगे जगह देंगे। बिल्कुल ठीक है। सुनिए जरा, एक चीज क्लियर है कि वहां पे हिंदुओं का कोई कंटेक्स्ट नहीं था, हिंदूज कोई टारगेट नहीं थी मेरे आउटबर्स्ट के। ਤਾਂ ਮੁਹੰਮਦ ਮੁਸਤਫਾ ਕਹਿ ਰਹੇ ਨੇ ਕਿ ਉਹਨਾਂ ਨੇ ਫਿਤਨਾ ਸ਼ਬਦ ਦਾ ਇਸਤੇਮਾਲ ਕੀਤਾ ਸੀ। ਫਿਤਨਾ ਸ਼ਬਦ, ਦਰਅਸਲ ਫਿਤਨਾ ਸ਼ਬਦ ਉਰਦੂ ਦੇ ਵਿੱਚ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਕੋਈ ਉੱਥੇ ਹੋ ਹੱਲਾ ਕਰ ਰਿਹਾ ਹੋਵੇ, ਕੋਈ ਸ਼ੋਰ ਸ਼ਰਾਬਾ ਕਰ ਰਿਹਾ ਹੋਵੇ, ਜਾਂ ਹਿੰਦੀ ਦੇ ਵਿੱਚ ਕਹਿ ਦਿੰਦੇ ਆ ਕਿ ਉਪਦਰਵੀ, ਜਿਹੜੇ ਉਪਦਰਵ ਕਰ ਰਹੇ ਹੋਣ, ਉਹਨਾਂ ਦੇ ਲਈ ਫਿਤਨਾ ਸ਼ਬਦ ਵਰਤਿਆ ਜਾਂਦਾ ਹੈ। ਔਰ ਮੁਹੰਮਦ ਮੁਸਤਫਾ ਕਹਿ ਰਹੇ ਨੇ ਕਿ ਮੈਂ ਫਿਤਨਾ ਸ਼ਬਦ ਦਾ ਇਸਤੇਮਾਲ ਕੀਤਾ ਸੀ, ਮੈਂ ਹਿੰਦੂਆਂ ਦਾ ਜ਼ਿਕਰ ਨਹੀਂ ਕੀਤਾ। ਮੇਰੇ ਬਿਆਨ ਨੂੰ ਗਲਤ ਰੰਗਤ ਦਿੱਤੀ ਗਈ, ਮੇਰੇ ਬਿਆਨ ਨੂੰ ਸਿਆਸੀ ਪਾਰਟੀਆਂ ਵੱਲੋਂ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਮੇਰੇ ਬਿਆਨ ਵੱਲੋਂ ਉਹਨਾਂ ਨੇ ਮੀਡੀਆ ਤੇ ਵੀ ਇਤਰਾਜ਼ ਜਤਾਇਆ ਕਿ ਮੀਡੀਆ ਨੇ ਮੇਰੇ ਬਿਆਨ ਨੂੰ ਗਲਤ ਪੇਸ਼ ਕੀਤਾ, ਇਸ ਕਰਕੇ ਉਹ ਵਾਰ-ਵਾਰ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ।
ਸੋ ਕੇਸ ਦਰਜ ਹੋ ਗਿਆ ਹੈ ਮੁਹੰਮਦ ਮੁਸਤਫਾ ਤੇ। ਇਸ ਬਿਆਨਬਾਜ਼ੀ ਨੂੰ ਲੈ ਕੇ ਮਾਮਲਾ ਦਰਜ ਹੋ ਗਿਆ ਹੈ। ਸਾਬਕਾ ਡੀਜੀਪੀ ਨੇ, ਉੱਚ ਅਹੁਦਿਆਂ ਤੇ ਰਹਿ ਚੁੱਕੇ ਨੇ, ਰਿਟਾਇਰਡ ਪੁਲਿਸ ਅਧਿਕਾਰੀ ਨੇ ਔਰ ਇਸ ਵੇਲੇ ਉਹਨਾਂ ਦੀ ਧਰਮ ਪਤਨੀ ਰਜ਼ੀਆ ਸੁਲਤਾਨਾ ਮਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। जो उन्होंने, मैंने कहा अगर दोबारा ऐसी हरकत हुई, मैं एक किसी घर से निकल के जा रहा था, दूसरी तरफ सड़क क्रॉस कर रहा था, तो वन ग्रुप ऑफ हुलीगन्स, फितने जिसे मैं कहता हूं, उन्होंने दे ट्राई टू चेज मी, टू ह्यूमिलिएट मी, टू शाउट मी डाउन एटसेट्रा। तो नियर बाई 50-100 गज पे वहीं पे कुछ लड़के, ऑल मुस्लिम्स ऑन बोथ साइड्स, एब्सोल्युटली विदाउट एक्सेप्शन, वो म्यूजिक बजा रहे थे एक वहां पे प्लेटफॉर्म पे, इकट्ठे होकर सेलिब्रेट कर रहे थे। यहाँ पे चलता है मलेरकोटले में, ऐसा माहौल होता है, गाने चल रहे थे उसके इलेक्शन से रिलेटेड। आई रश टू दैट स्पॉट, आई ग्रैब्ड द माइक, देन आई स्पोक, दैट वाज माई आउटबर्स्ट। व्हाट डिड आई से? अगर ऐसी हरकत दोबारा हुई तो मैं इन फितनों का कोई जलसा नहीं होने दूंगा। तो यू प्लीज टेक आउट हिंदू मुस्लिम फ्रॉम दिस। जो स्टेपल डाइट है ना बीजेपी वालों की, वो हिंदू मुस्लिम नहीं इसमें। अब मैं दूसरी बात पे आता हूं। दिस वाज एन इमोशनल रिएक्शन। व्हाट डू मीन नेशनल एंथम सुना है कभी? कौमी तराना सुना है? कौमी तराना, ये हमारा कौमी तराना है, ये हमारी कौमी जुबान है, ये हमारी कौमी भाषा है। कौमी मीन्स नेशन। अगर बीजेपी वालों को कौम शब्द का अर्थ नहीं पता तो मैं क्या कर सकता हूं इसके बारे में? मैं कौमी सिपाही हूं, सारी उम्र कौमी सिपाही रहा हूं। मैंने कौमी लड़ाई लड़ी है, इस देश की लड़ाई लड़ी है। कौमी मीन्स देश की लड़ाई लड़ी है। आपका कहना है कि वो धार्मिक मामला नहीं था? नॉट एट ऑल, एब्सोल्युटली नॉट। आप नॉट बाय एनी स्टेच ऑफ इमेजिनेशन, बाय एनी एक्स्ट्रापोलेशन, ये धार्मिक नहीं था। आई एम सैडन्ड, आई एम शॉक्ड। यू से इट एनीथिंग कि मुस्तफा जो है ना कानून की बाउंड्री को लांग रहा था जब मैं आउटबर्स्ट दे रहा था। उसका मैं जवाब अलग दूंगा, मैं जस्टिफाई करूंगा वो। ਤੇ ਉਧਰ ਮੁਹੰਮਦ ਮੁਸਤਫਾ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਆਪਣਿਆਂ ਦੇ ਨਾਲ-ਨਾਲ ਵਿਰੋਧੀ ਵੀ ਮੁਸਤਫਾ ਤੇ ਨਿਸ਼ਾਨੇ ਸਾਧ ਰਹੇ। ਮੁਹੰਮਦ ਮੁਸਤਫਾ ਨੇ ਜੋ ਇੱਥੇ ਗੰਦ ਪਾਇਆ, ਇੱਕ ਤਾਂ ਉਹਦੇ 'ਚ ਹੰਕਾਰ ਬਹੁਤ ਹੈ। ਉਹ ਐ ਸੋਚਦਾ ਹੈ ਕਿ ਪਤਾ ਨਹੀਂ ਕੀ ਚੀਜ਼ ਹੈ। ਉਦੋਂ ਦਾ ਪੁਲਿਸ ਵਾਲਾ ਸੀ, ਹੁਣ ਸਾਬਕਾ ਹੋ ਗਿਆ। ਸਾਬਕਾ ਨੂੰ ਨਾ ਸਿਪਾਹੀ ਨਹੀਂ ਸੱਚੀ ਗੱਲ ਨੂੰ ਇਹਦਾ ਮੈਨੂੰ ਲੱਗਦਾ ਦਿਮਾਗ ਖਿੱਲਿਆ ਪਿਆ। ਅੱਛਾ, ਇਹ ਜੀ ਗੱਲ ਕਰੂਗਾ ਜਿਵੇਂ ਪਤਾ ਨਹੀਂ ਕੀ ਚੀਜ਼ ਹੈ। ਮੈਂ ਝੁੰਦਾ ਸਾਹਿਬ ਨੂੰ ਕਹਿ ਰਿਹਾ ਸੀ, ਮੈਂ ਕਿਹਾ ਕੀ ਕਹਿੰਦੇ ਕਿੰਨੇ ਲੱਖ ਦਿੱਤੇ ਮੈਂ ਉਹਨੂੰ? ਹੈ 9 ਲੱਖ। ਉਹਦਾ ਹੁਣ ਵਿਆਜ ਜੋੜ ਕੇ ਵਾਪਸ ਲਵਾਂਗੇ। ਹੁਣ ਤਾਂ ਮੰਨ ਗਿਆ ਹੈ। ਮੈਂ ਕਿਹਾ ਪਹਿਲੇ ਦਿਨ ਥਾਣੇਦਾਰ ਨੂੰ ਕਹੂੰਗਾ ਮੇਰੇ ਪੈਸੇ ਤਾਂ ਮੋੜਾ ਕੇ ਲਿਆ। ਹੁਣ ਤਾਂ ਮੁੱਕਰ ਤਾਂ ਸਕਦਾ ਨਹੀਂ, ਕਿਤੇ ਬੋਲ ਪਿਆ। ਝੂਠ ਮੇਰੇ ਕੋਲੇ ਹੁਣ ਵਿਹਲਾ, ਮੈਂ ਇਹਨੂੰ ਪੈਸੇ ਭੇਜੂਗਾ, ਐਵੇਂ ਛੁੰਡੀ ਜਾਣੇ।